प्रोग्राम गुरमत ज्ञान लाइव ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਗਿਆਨੀ ਜੀ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पिछले हफ्ते ज्ञानी जी ने पौड़ी मुंदा संतोख सरम पथ चोली ध्यान की करे पेपूत ਅਤੇ ਭੁਗਤ ਗਿਆਨ ਦਇਆ ਭੰਡਾਰਨ ਦੇ ਜੋ ਅਖਰੀ ਅਰਥ ਹਨ ਅਤੇ ਵਿਆਕਰਣ ਦੀ ਜੋ ਸੇਧ ਸੀ ਉਹ ਦਿੱਤੀ। ਇਸ ਹਫਤੇ ਇਸ ਪ੍ਰੋਗਰਾਮ ਦੀ ਆਰੰਭਤਾ ਜੋ ਅਗਲੀ ਪੌੜੀ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇਸ ਤੋਂ ਕੀਤਾ ਜਾਂਦਾ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਣ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਗੁਰੂ ਸਵਾਰੀ ਸਾਧ ਸੰਗਤ, ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮਝਾਉਣ ਦਾ ਢੰਗ ਵੀ ਬਹੁਤ ਵਿਲੱਖਣ ਹੈ। ਹਮੇਸ਼ਾ ਮਹਾਰਾਜ ਪਹਿਲਾਂ ਉਹਨਾਂ ਚੀਜ਼ਾਂ ਦਾ ਵਰਣਨ ਕਰਦੇ ਹਨ ਜੋ ਆਮ ਲੋਕਾਂ ਵਿੱਚ ਪ੍ਰਚਲਿਤ ਹੋ ਚੁੱਕੀਆਂ ਹਨ, ਕਿਉਂਕਿ ਲੋਕਾਂ ਦਾ ਧਿਆਨ, ਲੋਕਾਂ ਦੀ ਸੁਰਤ ਉਹਨਾਂ ਗੱਲਾਂ ਨਾਲ ਓਤ-ਪੋਤ ਹੋਈ ਹੁੰਦੀ ਹੈ। ਉਹਨਾਂ ਗੱਲਾਂ ਦਾ ਯਕਦਮ ਕੰਡੈਮ ਕਰਨਾ ਵੀ ਔਖਾ ਹੈ, ਪਰ ਗੁਰੂ ਬਾਬਾ ਜੀ ਬੜੀ ਜੁਗਤੀ ਨਾਲ, ਬੜੇ ਤਰੀਕੇ ਨਾਲ ਸਮਝਾਉਂਦੇ ਹਨ। ਜਿਵੇਂ ਕਿ ਪਿਛਲੀਆਂ ਦੋ ਪੌੜੀਆਂ ਵਿੱਚ ਜੋਗੀ ਲੋਕਾਂ ਨੂੰ ਇਹ ਸਮਝਾਉਣ ਦੀ ਕਿਰਪਾ ਕੀਤੀ ਬਈ ਜੇ ਮੁੰਦਰਾਂ ਪਾਉਣੀਆਂ ਹਨ ਤੇ ਆਪਣੀਆਂ ਇੱਛਾਵਾਂ ਦਾ ਛੇਦਨ ਕਰੋ, ਸੰਤੋਖੀ ਬਣੋ। ਜੇ ਤੁਸੀਂ ਹੱਥ ਵਿੱਚ ਖੱਪਰ ਫੜਨਾ ਤੇ ਮਿਹਨਤ ਦਾ ਫੜੋ, ਕਿਉਂਕਿ ਜਿਹੜੇ ਬੰਦੇ ਮਿਹਨਤ ਨਹੀਂ ਕਰਦੇ ਉਹ ਵਿਹਲੜ ਹਨ, ਉਹ ਲੋਕਾਂ ਉੱਤੇ ਸਮਾਜ ਉੱਤੇ ਭਾਰ ਹਨ। ਤੇ ਪਾਤਸ਼ਾਹ ਤੇ ਫਰਮਾਉਂਦੇ ਨੇ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਭੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਜਿਹੜੇ ਆਲਸੀ ਤੇ ਵਿਹਲੜ ਲੋਕ ਨੇ ਉਹਨਾਂ ਨੂੰ ਸਤਿਗੁਰੂ ਪਸੰਦ ਨਹੀਂ ਕਰਦੇ, ਕਿਉਂਕਿ ਇਸੇ ਲਈ ਉਹਨਾਂ ਨੇ ਆਪਣੇ ਬੁਨਿਆਦੀ ਸਿਧਾਂਤਾਂ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਵਰਣਨ ਕੀਤਾ। ਕਿਸੇ ਸਿਆਣੇ ਬੰਦੇ ਨੇ ਠੀਕ ਕਿਹਾ, ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ, ਦਲਿਦਰੀਆਂ ਕਰ ਗਊ ਲਵੇਰੀ, ਕੌਣ ਉੱਠੇ ਤੇ ਚੋਣ। ਜਿਹੜਾ ਬੰਦਾ ਉਦਮ ਕਰੇਗਾ ਉਸ ਨੂੰ ਚਾਰ ਪੈਸੇ ਪ੍ਰਾਪਤ ਹੋਣਗੇ। ਜੇ ਤੁਹਾਡੇ ਕੋਲ ਪੱਖਾ ਪਿਆ ਹੈ, ਤੁਸੀਂ ਉਸ ਨੂੰ ਹਿਲਾਓਗੇ ਨਹੀਂ, ਤੁਹਾਨੂੰ ਪਾਉਣ ਹਵਾ ਨਹੀਂ ਮਿਲੇਗੀ। ਪਰ ਜੇ ਕਿਸੇ ਦਲਿਦਰੀ ਜਾਂ ਦੰਪਤੀ ਦੇ ਘਰ, ਪਤੀ ਪਤਨੀ ਦੇ ਘਰ ਦੁੱਧ ਦੇਣ ਵਾਲੀ ਲਵੇਰੀ ਗਊ ਕਿੱਲੇ ਤੇ ਬੱਧੀ ਹੋਵੇ ਔਰ ਉਹ ਸਮੇਂ ਉੱਤੇ ਬਾਂਹ ਕਰੇ ਕਿ ਮੈਨੂੰ ਚੋ ਲਓ, ਤੇ ਦਲਿਦਰੀ ਘਰ ਵਾਲਾ ਘਰ ਵਾਲੀ ਨੂੰ ਆਖੇ ਤੂੰ ਚੋ ਲੈ, ਤੇ ਘਰ ਵਾਲੀ ਆਖੇ ਘਰ ਵਾਲੇ ਨੂੰ ਤੂੰ ਚੋ ਲੈ, ਤਾਂ ਦੱਸੋ ਦੁੱਧ ਕਿਵੇਂ ਪ੍ਰਾਪਤ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਸ਼ਰਮ ਕਰੋ, ਮਿਹਨਤ ਕਰੋ, ਇਹਦਾ ਤੁਸੀਂ ਪਾਤਰ ਬਣਾਓ, ਇਹਦੀ ਝੋਲੀ ਬਣਾਓ। ਤੋ ਇਸ ਤਰ੍ਹਾਂ ਉੱਪਰਲੀ ਨਜ਼ਰ ਨਾਲ ਜਦੋਂ ਅਸੀਂ ਪਾਠ ਕਰਦੇ ਹਾਂ ਸਾਨੂੰ ਕੋਈ ਸਮਝ ਹੀ ਨਹੀਂ ਆਉਂਦੀ, ਪਰ ਜਦੋਂ ਅਸੀਂ ਉਸ ਦੀ ਗਹਿਰਾਈ ਵੀ ਜਾਂਦੇ ਹਾਂ ਤੇ ਬਾਬਾ ਜੀ ਦੇ ਵਿਚਾਰ ਸਾਡੇ ਹਿਰਦੇ ਨੂੰ ਸਪਰਸ਼ ਕਰ ਜਾਂਦੇ ਨੇ, ਫਿਰ ਸਾਨੂੰ ਚੰਗਾ ਲੱਗਣ ਲੱਗ ਪੈਂਦਾ ਵੀ ਇਹ ਤੇ ਬੜੀ ਅੱਛੀ ਪ੍ਰੇਰਨਾ ਹੈ। ਤੋ ਪਾਤਸ਼ਾਹ ਨੇ ਪਿਛਲੀਆਂ ਪੌੜੀਆਂ ਵਿੱਚ ਇਹ ਗੱਲ ਸਮਝਾਉਣ ਦੀ ਕਿਰਪਾ ਕੀਤੀ, ਹੇ ਜੋਗੀਓ, ਦਿਖਾਵੇ ਦੀਆਂ ਮੁੰਦਰਾਂ ਪਾਉਣ ਦਾ ਕੋਈ ਲਾਭ ਨਹੀਂ, ਦਿਖਾਵੇ ਦਾ ਖੱਪਰ ਫੜਨ ਦਾ ਕੋਈ ਲਾਭ ਨਹੀਂ। ਜੇ ਤੁਸੀਂ ਸਹੀ ਅਰਥਾਂ ਵਿੱਚ ਜੋਗੀ ਬਣਨਾ ਹੈ ਤਾਂ ਮੁੰਦਾ ਸੰਤੋਖ
ਸਰਮ ਪਦ ਝੋਲੀ, ਧਿਆਨ ਕੀ ਕਰਾਂ ਵਿਭੂਤ, ਖਿੰਥਾ ਕਾਲ। ਹਰ ਵੇਲੇ ਮੌਤ ਨੂੰ ਯਾਦ ਰੱਖਣਾ, ਇਹ ਗੋਦੜੀ ਪਾਓ। ਔਰ ਕੁਆਰੀ ਕਾਇਆ ਜੁਗਤ, ਇਸ ਕਾਇਆ ਨੂੰ ਵਿਕਾਰਾਂ ਤੋਂ ਪਵਿੱਤਰ ਰੱਖੋ। ਡੰਡਾ ਪ੍ਰਤੀਤ, ਉਸ ਵਾਹਿਗੁਰੂ ਅਕਾਲ ਪੁਰਖ ਤੇ ਜੋ ਪ੍ਰਤੀਤ ਭਰੋਸਾ ਰੱਖਣਾ ਹੈ, ਡੰਡਾ ਰੱਖੋ, ਤਾਂ ਜੋ ਤੁਹਾਡਾ ਮਨ ਕਿਸੇ ਹੋਰ ਪਾਸੇ ਨਾ ਭਟਕੇ। ਇਉਂ ਮੇਰੇ ਸਤਿਗੁਰੂ ਜੀ ਨੇ ਉਹਨਾਂ ਜੋਗੀਆਂ ਨੂੰ ਵੀ ਸੱਚੇ ਜੋਗ ਦੀ ਗੱਲ ਸਮਝਾਉਂਦਿਆਂ ਕਿਹਾ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀਏ ਸੋਈ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗ ਤੇ ਪਾਈਐ। ਅੰਜਨ ਕਹਿੰਦੇ ਨੇ ਸੁਰਮੇ ਨੂੰ। ਸੁਰਮੇ ਦਾ ਮਤਲਬ ਹੈ ਕਾਲਖ, ਕਾਲਖ ਦਾ ਮਤਲਬ ਹੈ ਮਾਇਆ। ਇਸ ਮਾਇਆ ਰੂਪੀ ਕਾਲਖ ਵਿੱਚ ਰਹਿੰਦਿਆਂ ਮਾਇਆ ਦੀ ਕਾਲਖ ਤੋਂ ਜੋ ਬਚ ਜਾਏ, ਉਹ ਹੈ ਸੂਰਮਾ। ਭਗਤ ਕਬੀਰ ਜੀ ਨੇ ਵੀ ਬੜਾ ਸੁੰਦਰ ਕਿਹਾ। ਉਹ ਕਹਿੰਦੇ ਹਨ, ਕਬੀਰ ਜਗ ਕਾਜਰ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨੀਕਸ ਜਾਹੇ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਇਸ ਕਜਲੇ ਦੀ ਕੋਠੜੀ ਰੂਪੀ ਸੰਸਾਰ ਵਿੱਚ ਪੈ ਕੇ ਉਜਲੇ ਸਾਫ ਸੁਥਰੇ ਨਿਕਲ ਜਾਂਦੇ। ਫਿਰ ਪਾਤਸ਼ਾਹ ਨੇ ਆਖਿਆ, ਜੇ ਨਮਸਕਾਰ ਕਰਨੀ ਹੈ ਤਾਂ ਉਸ ਇੱਕ ਅਕਾਲ ਪੁਰਖ ਨੂੰ ਕਰੋ। ਆਦੇਸ਼ ਤੇ ਸਹਿ ਆਦੇਸ਼, ਆਦਿ ਅਨੀਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਜਿਹੜਾ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ, ਹਰ ਯੁੱਗ ਵਿੱਚ ਕਦੇ ਅਦਲ ਬਦਲ ਨਹੀਂ ਹੁੰਦਾ। ਇਸੇ ਤਰ੍ਹਾਂ ਦੂਜੀ ਪੌੜੀ ਵਿੱਚ ਪਾਤਸ਼ਾਹ ਨੇ ਭੁਗਤ ਗਿਆਨ ਦੀ ਗੱਲ ਕਰਕੇ ਸਮਝਾਇਆ, ਗਿਆਨ ਆਪ ਗ੍ਰਹਿਣ ਕਰੋ ਤੇ ਦੂਜਿਆਂ ਨੂੰ ਵੰਡੋ, ਤੇ ਵੰਡਣ ਵੇਲੇ ਕੰਜੂਸੀ ਨਾ ਕਰੋ, ਵਿਤਕਰਾ ਨਾ ਕਰੋ, ਬਲਕਿ ਦਇਆ ਰੂਪੀ ਭੰਡਾਰਨ ਬਣਾਓ। ਤੋ ਇਸ ਤਰ੍ਹਾਂ ਮੇਰੇ ਸਤਿਗੁਰੂ ਇੱਕ ਇੱਕ ਨੁਕਤੇ ਨੂੰ ਚੰਗੀ ਤਰ੍ਹਾਂ ਖੋਲ ਕੇ ਸਾਡੇ ਦਿਮਾਗ ਤੋਂ ਅਗਿਆਨਤਾ ਦਾ ਪਰਦਾ ਹਟਾਉਂਦੇ ਹਨ। ਪਰ ਅਫਸੋਸ ਕਿ ਅਸੀਂ ਪਾਠ ਤੋਤਾ ਰਟਨੀ ਕਰੀ ਜਾਂਦੇ ਹਾਂ। ਕਿਤਨੇ ਕੁ ਲੋਕ ਹਨ ਜੋ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਉਹਦੇ ਅਰਥਾਂ ਵੱਲ ਵੀ ਧਿਆਨ ਦੇ ਰਹੇ ਹਨ। ਤੋ ਇੱਕ ਲੋਕਾਂ ਵਿੱਚ ਖਿਆਲ ਪ੍ਰਚਲਿਤ ਹੈ ਕਿ ਇੱਕ ਮਾਈ ਮਾਇਆ ਹੈ और उस माई माया के 3 बेटे हैं, उन्होंने नाम रख रहे ब्रह्मा विष्णु महेश। ब्रह्मा पैदा करने वाला है, विष्णु भंडारी पालन वाला है और शिवजी मारन वाला है। पातशाह ने हुण उन्हां लोकां दे अंदर प्रचलित इस ख्याल नूं भी वर्णन किया है और अखीर ते अपनी राय भी दी है। आख्या लोग कहते हैं लोकां दी मनौत है, एका माई जुगत व्याई। बहुत सारे अनजान पाठी नूं व्याई बोलते हैं, ये व्याई नहीं हैगा। जे व्याई होवे तो इस ते स्पैलिंग होणगे बवे नूं विस्यारी, ऐडे नूं आ कन्ना, हाए नूं ही बिहारी, ये है व्याई। साडे हरियाणे विच आम तौर ते असीं सुणदे हां मारे भैंस व्याई है, मारे गऊ ब्याई है। ब्याई का मतलब है प्रसूता हुई है, डिलीवरी हुई है। महाराज कहते ने लोगों का ये प्रचलित ख्याल है कि कमाई माया है, वो जुगती से प्रसूता हुई है, उसको डिलीवरी हुई है। 3 चेले परवान, ओदे 3 चेले, 3 बाल के 3 बच्चे परवान प्रमाणिक मने जाते हैं। और उन्होंने काम की हैं, एक संसारी, एक भंडारी, एक लाए दीवान। एक संसारी है जिहड़ा जीवां नूं पैदा कर रहे हैं, ये हिंदू मत का एक विचार है। वो ब्रह्मा नूं पैदा करने वाला कुम्हार भांडे बनाने वाला मनते हैं और विष्णु जी नूं उन्हां सारे पैदा किए हुए जीवां की रोजी पहुँचाने वाला मनते हैं। महाराज ने उन्हां दे ख्याल नूं ही वर्णन किया, एक संसारी, एक भंडारी, एक लाए दीवान। एक जिहड़ा कचहरी ला के बैठदा शिव जी, भाव सारे जीवां दा नाश करदा है। पर गुरुदेव कहते ने इन्हां दे अपने वस विच कुछ नहीं। जिव तिस भावै
ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਆਖਿਆ ਜਿਵੇਂ ਉਸ ਮੇਰੇ ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ ਉਹ ਉਵੇਂ ਹੀ ਚਲਾਉਂਦਾ ਹੈ, ਔਰ ਇਹ ਤਿੰਨੇ ਉਵੇਂ ਹੀ ਕਰਦੇ ਨੇ ਜਿਵੇਂ ਉਸ ਦਾ ਫਰਮਾਨ ਹੈ। ਭਾਵ ਉਹਦੇ ਹੁਕਮ ਤੋਂ ਬਾਹਰ ਇਹ ਕੁਝ ਵੀ ਨਹੀਂ ਕਰ ਸਕਦਾ। ਫਿਰ ਧਿਆਨ ਦੇਣਾ, ਇੱਥੋਂ ਮਹਾਰਾਜ ਨੇ ਆਪਣੇ ਵਿਚਾਰ ਨੂੰ ਪ੍ਰਗਟ ਕੀਤਾ ਹੈ। ਪਹਿਲਾਂ ਜੋ ਦੋ ਪੰਕਤੀਆਂ ਹਨ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇਹ ਤਿੰਨ ਗਿਣਤੀ ਦਾ ਸੂਚਕ ਹੈ। ਇਹ ਤਿੰਨ ਗੁਰਬਾਣੀ ਵਿੱਚ ਤਿੰਨ ਰੂਪਾਂ ਵਿੱਚ ਆਉਂਦਾ ਹੈਗਾ। ਜਿਵੇਂ ਇੱਥੇ ਆਇਆ ਹੈ, ਇੱਕ ਤੀਨ ਵੀ ਆਉਂਦਾ ਹੈ ਔਰ ਇੱਕ ਤਿੰਨ ਵੀ ਆਉਂਦਾ ਹੈ। ਤਾਂ ਤੈਨੂੰ ਤਿਸਿਆਰੀ ਨਿਸਿਆਰੀ, ਉਦੋਂ ਇੱਕ ਦੀ ਗੱਲ ਹੋ ਰਹੀ ਹੈ। ਤਾਂ ਮਹਾਰਾਜ ਕਹਿੰਦੇ ਨੇ ਇੱਥੇ ਤਿੰਨ ਬਹੁਵਚਨ ਹੈ। ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ, ਹੁਣ ਜਿਵ ਦਾ ਮਤਲਬ ਹੈ ਜਿਵੇਂ, ਤਿਸ ਦਾ ਮਤਲਬ ਹੈ ਉਸ ਪਰਮਾਤਮਾ ਅਕਾਲ ਪੁਰਖ ਨੂੰ ਭਾਵੇਂ ਚੰਗਾ ਲੱਗਦਾ। ਤਿਵੈ ਚਲਾਵੈ, ਉਵੇਂ ਹੀ ਇਹਨਾਂ ਨੂੰ ਚਲਾਉਂਦਾ ਹੈ। ਜਿਵ ਹੋਵੈ ਫੁਰਮਾਨ, ਜਿਵੇਂ ਉਸ ਦਾ ਫੁਰਮਾਨ ਹੁਕਮ ਹੁੰਦਾ ਹੈ ਉਵੇਂ ਹੀ ਇਹ ਤਿੰਨੇ ਕਰਦੇ ਹਨ। ਪਰ ਇੱਕ ਕਮਾਲ ਦੀ ਗੱਲ ਇਹ ਹੈ ਕਿ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਨ। ਇਸ ਇਹ ਨੂੰ ਇਹੋ ਨਹੀਂ ਬੋਲਣਾ, ਇਹ ਵਿਡਾਨ, ਇਹ ਉਸ ਅਸਚਰਜ ਤਮਾਸ਼ੇ ਦੀ ਗੱਲ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਤੇ ਵੇਖਦਾ ਇਹਨਾਂ ਸਾਰਿਆਂ ਨੂੰ, ਪਰ ਇਹਨਾਂ ਜੀਵਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਸੱਚਮੁੱਚ ਪਰਮਾਤਮਾ ਤੇ ਹਰ ਜਗ੍ਹਾ ਤੇ ਸਾਨੂੰ ਚੈੱਕਅਪ ਕਰਦਾ, ਦੇਖਦਾ, ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਨ। ਆਦੇਸ਼ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਖਿਆ ਹੈ ਜੋਗੀਓ, ਜੇ ਨਮਸਕਾਰ ਕਰਨੀ ਹੈ ਤਾਂ ਉਸ ਪਰਮਾਤਮਾ ਨੂੰ ਕਰੋ, ਉਸ ਅਕਾਲ ਪੁਰਖ ਨੂੰ ਕਰੋ ਜਿਹੜਾ ਆਦਿ ਤੋਂ ਹੈ, ਜਿਹਦਾ ਮੁੱਢ ਕਿਸੇ ਨੂੰ ਪਤਾ ਨਹੀਂ, ਜੋ ਕਲੰਕ ਤੋਂ ਰਹਿਤ ਹੈ, ਜੋ ਅਨਾਹਤ ਕਦੇ ਹੱਥ ਨਹੀਂ ਹੁੰਦਾ, ਤੇ ਹਰ ਯੁੱਗ ਵਿੱਚ ਜਿਹੜਾ ਇੱਕ ਸਮਾਨ ਹੈ। ਇਸ ਤਰ੍ਹਾਂ ਪਾਤਸ਼ਾਹ ਨੇ ਇਸ ਪੌੜੀ ਵਿੱਚ ਲੋਕਾਂ ਦੇ ਅੰਦਰ ਪ੍ਰਚਲਿਤ ਜੋ ਖਿਆਲ ਹੈ ਉਸ ਦਾ ਵੀ ਵਰਣਨ ਕੀਤਾ ਅਤੇ ਆਪਣਾ ਵਿਚਾਰ ਕਿ ਉਸ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਉਹ ਵੀ ਸਾਨੂੰ ਸਮਝਾ ਦਿੱਤਾ। ਹੁਣ ਇਸ ਤੋਂ ਅਗਲੀ ਪੌੜੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋਏ ਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਖਿਆ ਉਸ ਵਾਹਿਗੁਰੂ ਅਕਾਲ ਪੁਰਖ ਦਾ ਆਸਣ। ਆਸਣ ਦਾ ਮਤਲਬ ਹੈ ਬੈਠਣ ਦਾ ਟਿਕਾਣਾ। ਆਮ ਤੌਰ ਤੇ ਸਾਧੂ ਲੋਕ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਪੁੱਛਦੇ ਨੇ, ਮਹਾਰਾਜ ਆਪਕਾ ਆਸਣ ਕਹਾਂ ਹੈ, ਆਪ ਟਿਕਦੇ ਕਿੱਥੇ ਹੋ? ਮੇਰੇ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਜੀ ਦਾ ਆਸਣ ਲੋਹੇ ਲੋਹੇ। ਇਹ ਜਿਹੜਾ ਅੱਖਰ ਹੈ ਲੋਹੇ ਲੋਹੇ, ਇਹ ਵੀ ਗੁਰਬਾਣੀ ਵਿੱਚ ਵੱਖ ਵੱਖ ਰੂਪਾਂ ਵਿੱਚ ਆਉਂਦਾ। ਇੱਕ ਆਉਂਦਾ ਹੈ ਲੱਲੇ ਨੂੰ ਲੋਹੜਾ ਐੜਾ ਲੋ, ਇਹ ਹੈ ਲੋਹੇ। ਈੜੀ ਨੂੰ ਸਿਹਾਰੀ ਲੱਗੀ ਹੋਈ ਹੈ, ਜਿਹਦਾ ਅਰਥ ਹੈ ਹਰ ਲੋਕ ਵਿੱਚ, ਚਾਹੇ ਸੁਰਗ ਲੋਕ ਹੈ, ਚਾਹੇ ਮਾਤ ਲੋਕ ਹੈ, ਚਾਹੇ ਪਤਾ ਲੋਕ ਹੈ, ਹਰ ਲੋਕ ਵਿੱਚ ਉਸਦਾ ਆਸਣ ਹੈ, ਉਹਦਾ ਟਿਕਾਣਾ ਹੈ। ਕਦੇ ਆਸਾ ਕੀ ਵਾਰ ਪੜ੍ਹੀਏ, ਉਹਦੇ ਵਿੱਚ ਮਹਾਰਾਜ ਨੇ ਆ ਪੀਨੈ ਆਪ ਸਾਜਿਓ, ਆ ਪੀਨੈ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਆਖਿਆ ਉਸ ਅਕਾਲ ਪੁਰਖ ਨੇ ਇਹ ਕੁਦਰਤ ਬਣਾਈ ਅਤੇ ਇਸ ਕੁਦਰਤ ਵਿੱਚ ਆਪ ਆਪਣਾ ਆਸਣ ਲਾ ਕੇ ਬਹਿ ਗਏ। ਅਚੰਭੇ ਦੀ ਗੱਲ ਹੈ, ਜਦੋਂ ਤੀਕਰ ਉਹ ਸਾਡੇ ਵਿੱਚ ਬੈਠਾ ਉਦੋਂ ਤੱਕ ਮੈਂ ਬੋਲਦਾ ਹਾਂ, ਜਦੋਂ ਤੱਕ ਤੁਹਾਡੇ ਵਿੱਚ ਬੈਠਾ ਤੁਸੀਂ ਸੁਣਦੇ ਹੋ। ਜੇ ਉਹ ਵਿੱਚੋਂ ਆਪਣੀ ਜੋਤ ਖਿੱਚ ਲਵੇ ਫਿਰ ਇਹ ਢਹਿ ਹੋ ਜਾਏਗਾ। ਇਹਦਾ ਮਤਲਬ ਉਹ ਹਰ ਜ਼ਰੇ ਜ਼ਰੇ ਤੇ ਕਣ ਕਣ ਵਿੱਚ ਮੌਜੂਦ ਹੈ। ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਹੈ, ਜ਼ਮੀ ਜ਼ਮਾ ਕੇ ਬਿਖੈ
समस्त एक जोत है, न काट है न बाध है, न बाध काट होत है। गुरु नानक पातशाह भी कहते सब में जोत जोत है सोए, तिस दे चानण सब में चानण होए, गुरसा की जोत प्रगट होए। गल की ਉਹ ਜ਼ਰੇ ਜ਼ਰੇ ਤੇ ਕਣ ਕਣ ਵਿੱਚ ਸਮਾਇਆ ਹੋਇਆ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਸੰਤੋ ਘਟ ਘਟ ਰਿਹਾ ਸਮਾਇਓ, ਪੂਰਨ ਪੂਰ ਰਹੋ ਸਰਵ ਮੈਂ, ਜਲ ਥਲ ਰਮਈਆ ਆਇਓ। ਲੋਕ ਬੜੇ ਭੁਲੇਖੇ ਵਿੱਚ ਹਨ, ਰੱਬ ਕਿੱਥੇ ਹੈ, ਰੱਬ ਕਿਵੇਂ ਮਿਲਦਾ ਹੈ, ਰੱਬ ਕੀ ਕਰਦਾ ਹੈ, ਬੜੇ ਸਵਾਲ ਨੇ ਲੋਕਾਂ ਦੇ। ਪਰ ਜੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੀਏ, ਹਰ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲਦਾ। पातशाह कहते सगल बनस्पत में बैसंतर, सगल दूध में किया, ऊंच नीच में जोत समाणी, घट घट माधो जिया। आख्या जिस तरह सारी बनस्पति विच अग मौजूद है, हर दुध विच घ्यो मौजूद है, इसे तरह वो परमात्मा सारे जीवां विच मौजूद है। आसन लोए लोए भंडार, भंडार किसनूं कहंदे ने? ਸਟੋਰ ਨੂੰ, ਗੋਦਾਮ ਨੂੰ ਕਹਿੰਦੇ ਨੇ। ਜਿੱਥੇ ਪਰਮਾਤਮਾ ਨੇ ਸ੍ਰਿਸ਼ਟੀ ਦੇ ਜੀਵ ਪੈਦਾ ਕੀਤੇ ਨੇ, ਉਹਨਾਂ ਦੀ ਸੰਭਾਲ ਕਰਨ ਲਈ, ਪਾਲਣ ਵਾਸਤੇ ਹਰ ਜਗ੍ਹਾ ਤੇ ਉਸਨੇ ਆਪਣੇ ਸਟੋਰ ਵੀ ਬਣਾਏ ਨੇ, ਭੰਡਾਰ ਵੀ ਬਣਾਏ ਨੇ। ਔਰ ਉਹਨਾਂ ਭੰਡਾਰਾਂ ਦੇ ਅੰਦਰ ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਝ ਪਾਇਆ ਇੱਕੋ ਵਾਰੀ ਪਾ ਦਿੱਤਾ, ਕਿਸੇ ਨੇ ਫਿਰ ਪਾਉਂਦਿਆਂ ਨਹੀਂ ਦੇਖਿਆ। ਔਰ ਉਸਦੇ ਭੰਡਾਰਾਂ ਵਿੱਚ ਕਦੇ ਕਮੀ ਨਹੀਂ ਆਈ। ਅਸੀਂ ਕੱਢੀ ਜਾਂਦੇ ਹਾਂ, ਵਰਤੀ ਜਾਂਦੇ ਹਾਂ। ਧਰਤੀ ਦੇ ਵਿੱਚੋਂ ਕਿਤਨਾ ਅੰਨ ਪੈਦਾ ਹੋ ਰਿਹਾ, ਕਿਤਨੇ ਜੀਵ ਖਾ ਰਹੇ ਨੇ, ਕਦੇ ਮੁੱਕਦਾ ਹੀ ਨਹੀਂ। ਜੁਗਾ ਜੁਗੰਤਰ ਖਾਹੀ ਖਾਏ, ਜੀਵ ਜੁਗਾਂ ਤੀਕਰ ਖਾਂਦੇ ਰਹਿੰਦੇ ਨੇ। ਕਹਿਣ ਤੋਂ ਭਾਵ ਉਸ ਮੇਰੇ ਵਾਹਿਗੁਰੂ ਅਕਾਲ ਪੁਰਖ ਦਾ ਪ੍ਰਬੰਧ ਇਤਨਾ ਵਧੀਆ ਹੈ ਕਿ ਆਸਣ ਲੋਹੇ ਲੋਹੇ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਉਹ ਸਿਰਜਣਹਾਰ ਪ੍ਰਮਾਤਮਾ ਕਰ ਕਰ, ਕਰ ਕਰ ਦਾ ਮਤਲਬ ਬਣਾ ਬਣਾ ਕੇ ਇਹਨਾਂ ਜੀਵਾਂ ਨੂੰ ਪੈਦਾ ਕਰ ਕਰਕੇ ਫਿਰ ਵੇਖਦਾ ਹੈ, ਫਿਰ ਇਹਨਾਂ ਦੀ ਸੰਭਾਲ ਕਰਦਾ ਹੈ। ਜਿੱਥੇ ਜਿੱਥੇ ਜਿਸ ਜੀਵ ਨੂੰ ਪੈਦਾ ਕੀਤਾ ਹੈ, ਉੱਥੇ ਉੱਥੇ ਉਸ ਦੀ ਰੋਜ਼ੀ ਦਾ ਪ੍ਰਬੰਧ ਕੀਤਾ। ਪੜ੍ਹਦੇ ਰੋਜ਼ ਅਸੀਂ, ਕਾਹੇ ਰੇ ਮਨ ਚਿਤ ਮੈਂ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜਨ ਤਿਉ ਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ ਹਰਿਆ। ਪਾਤਸ਼ਾਹ ਨੇ ਸਾਨੂੰ ਕਿਸ ਤਰ੍ਹਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਬੇਅੰਤ ਸ਼ਕਤੀ ਅਤੇ ਹਸਤੀ ਤੋਂ ਜਾਣੂ ਕਰਵਾਇਆ। ਆਖਿਆ ਉਹ ਹਰ ਜਗ੍ਹਾ ਤੇ ਮੌਜੂਦ ਹੈ, ਉਹਦੇ ਭੰਡਾਰ ਭਰੇ ਪਏ ਨੇ, ਔਰ ਜੋ ਕੁਝ ਉਸਨੇ ਪਾਇਆ ਇੱਕੋ ਵਾਰੀ ਪਾਇਆ। ਫਿਰ ਆਪਣੇ ਬਣਾਏ ਪੈਦਾ ਕੀਤੇ ਜੀਵਾਂ ਨੂੰ ਉਹ ਸਿਰਜਣਹਾਰ ਦੇਖ ਰਿਹਾ। ਨਾਨਕ ਸੱਚੇ ਕੀ ਸਾਚੀ ਕਾਰ। ਇਹ ਧਿਆਨ ਰੱਖਣਾ ਹੈ ਕਿ ਨਾਨਕ ਤੇ ਸੱਚੇ ਨੂੰ ਇਕੱਠਾ ਨਹੀਂ ਕਰਨਾ। ਜਦੋਂ ਕਿ ਮੈਂ ਦੇਖਿਆ ਕਿ ਨਾ ਸਮਝ ਹੋਣ ਕਰਕੇ ਆਮ ਪਾਠੀ ਨਾਨਕ ਸੱਚੇ ਕੀ ਸਾਚੀ ਕਾਰ ਪੜ੍ਹਦਾ। ਨਾਨਕ ਕਵੀ ਦੀ ਮੋਹਰ ਛਾਪ ਹੈ। ਪਹਿਲਾਂ ਆਰੰਭ ਵਿੱਚ ਵੀ ਦੱਸਿਆ, ਪਰ ਮੈਂ ਆਮ ਤੌਰ ਤੇ ਦੇਖਿਆ ਵਿਦਿਆਰਥੀ ਸਰੋਤੇ ਭੁੱਲ ਜਾਂਦੇ ਨੇ। ਸਾਰੇ ਜਪਜੀ ਸਾਹਿਬ ਵਿੱਚ ਨਾਨਕ ਕੱਕੇ ਨੂੰ ਔਂਕੜ ਵਾਲਾ ਸਿਰਫ 2 ਵਾਰੀ ਆਇਆ। ਇੱਕ ਨਾਨਕ ਨੀਚ ਕਹੇ ਵਿਚਾਰ, ਇੱਕ ਨਾਨਕ ਕਿਆ ਵਿਚਾਰੇ। ਇੱਥੇ ਜੋ ਨਾਨਕ ਹੈ ਇੱਥੇ ਰੁਕਣਾ ਹੈ। ਨਾਨਕ ਜੀ ਫਰਮਾਉਂਦੇ ਨੇ, ਸੱਚੇ ਕੀ ਸਾਚੀ ਕਾਰ। ਉਹ ਸੱਚੇ ਪਰਮਾਤਮਾ ਦੀ ਕਾਰ ਸੱਚੀ ਹੈ, ਭਾਵ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ, ਕਿਸੇ ਤਰ੍ਹਾਂ ਦੀ ਕੋਈ ਬ੍ਰੇਕ ਨਹੀਂ ਲੱਗਦੀ। ਫਿਰ ਪਾਤਸ਼ਾਹ ਕਹਿੰਦੇ ਨੇ, ਇਸ ਲਈ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕ ਹੋਵੇਸ। ਬਈ ਉਸ ਨੂੰ ਹਮੇਸ਼ਾ ਨਮਸਕਾਰ ਕਰੋ, ਜਿਹੜਾ ਆਦਿ ਤੋਂ ਹੈ, ਜਿਹਦਾ ਮੁੱਢ ਵੀ ਕਿਸੇ ਨੂੰ ਪਤਾ ਨਹੀਂ, ਜਿਹੜਾ ਕਲੰਕ ਤੋਂ ਰਹਿਤ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਤੇ ਹਰ ਯੁੱਗ ਵਿੱਚ ਜਿਹਦਾ ਪਹਿਰਾਵਾ ਇੱਕੋ ਜਿਹਾ ਹੈ।
ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਅਖਰੀ ਅਰਥ ਅਤੇ ਵਿਆਕਰਣ ਅਰਥ ਸਮਝਾਏ। ਹੁਣ ਸਮਾਂ ਹੋ ਚੱਲਿਆ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ। ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ